अस्सलामुअलैकुम जी। आज हम आए अपने गांव पांडुपुर, जहां मैं पैदा हुआ, जिन गलियों में खेला। तो हम बहुत सारी वीडियो तो हमने अपलोड की हैं। मेरे बुज़ुर्ग में चाचा जी हैं, मेरे बूटा साहब। जब पाकिस्तान बना था तो ये यहीं पे रह रहे थे। इनके पास बहुत सारी यादें हैं, ये आपको पंजाबी में बताएंगे सारी बात। मुमकिन है जो उर्दू समझते हैं उनको थोड़ी बहुत पंजाबी की समझ लाजमी आती होगी। अस्सलाम वालेकुम चाचा जी। वालेकुम सलाम जी। चाचा जी, तो पाकिस्तान बनया ही ਤੁਹਾਡੀ ਉਮਰ ਕਿੰਨੀ ਸੀ? ਸਾਡੀ ਉਮਰ ਜਨਾਬ ਅਸੀਂ ਉਹ ਪਾਕਿਸਤਾਨ ਤੋਂ ਕੋ ਸਾਲ ਜਾਂ 6 ਮਹੀਨੇ ਵੱਡੇ ਸਾਂ, ਬਸ ਇੰਨੇ ਹੀ ਬਣੇ ਸੀ। ਅੱਛਾ, ਜਿਹੜੀ ਤੁਸੀਂ ਗੱਲਬਾਤ ਸੁਣੀ ਹੈ, ਜਿਹੜਾ ਸਾਡਾ ਪਿੰਡ ਸੀ, ਹੁਣ ਸਾਰੇ ਅਸੀਂ ਮਾਈਗ੍ਰੇਟ ਲੋਕ ਆ, ਉਹ ਰਹਿੰਦੇ ਆ, ਇੱਕ ਤੁਹਾਡਾ ਘਰ ਇਕੱਲਾ ਇੱਥੇ। ਤੇ ਇਹ ਦੱਸੋ ਇੱਥੇ ਕਿਹੜੀ ਬਰਾਦਰੀ ਜ਼ਿਆਦਾ ਰਹਿੰਦੀ ਸੀ? ਇੱਥੇ ਬੁੱਟਰ ਉਹ ਹਿੰਦੂ ਹਨ ਸਿੱਖ ਸਨ? ਸਿੱਖ ਸਨ ਤੇ ਸਰਦਾਰ ਸਨ ਸਾਰੇ? ਸਰਦਾਰ ਹੀ ਖਵਾਉਂਦੇ ਸਨ, ਸਿੱਖ ਵੀ ਖਵਾਉਂਦੇ ਸਨ, ਐਸਾ ਬੁੱਟਰ। ਅੱਛਾ, ਕੌਮ ਦੇ ਬੁੱਟਰ ਸਨ? ਗੋਮ ਦੇ ਬੁੱਟਰ ਸਨ, ਯਾਨੀ ਕਿ ਪਾਂਡੋਪੁਰ ਬੁੱਟਰਾਂ ਦਾ ਬੁੱਟਰ ਹੁੰਦਾ। ਠੀਕ ਹੋ ਗਿਆ। ਅੱਛਾ, ਮੈਂ ਨਾ ਜਦੋਂ ਮੈਂ ਹੋਸ਼ ਸੰਭਾਲੀ ਤੇ ਮੈਂ ਇੱਕ ਬੰਦੇ ਦਾ ਬੜਾ ਨਾਂ ਸੁਣਿਆ ਲੋਕਾਂ ਦੇ ਡੰਡਿਆਂ ਨਾਲ ਪਰਨੂਲੇ ਭੰਨ ਛੱਡਦਾ ਸੀ। ਉਹ ਨਾਮੂ ਹਰਨਾਮ ਸਿੰਘ ਬੁੱਟਰ। ਹਰਨਾਮ ਸਿੰਘ ਬੁੱਟਰ। ਉਹਦਾ ਘਰ ਕਿਹੜਾ ਹੁੰਦਾ ਸੀ? ਉਹਦਾ ਘਰ ਸੀ ਜਿਹੜਾ ਮਤਲਬ ਇਹਦੇ ਕੋਲੇ ਮਤਲਬ ਜੂਰੇ ਕੋਲ, ਮਨਜੂਰ ਕੋਲ। ਅੱਛਾ, ਬਾਈ ਮਨਜ਼ੂਰ ਜਿਹੜਾ ਫੌਤ ਹੋ ਗਿਆ। ਅੱਛਾ, ਇਹਦੇ ਘਰ ਦੇ ਵਿੱਚ ਹਰਨਾਮ ਉਹ ਰਹਿੰਦਾ ਸੀ। ਠੀਕ ਹੈ। ਅੱਛਾ, ਉਹਦੇ ਕੋਈ ਬਜ਼ੁਰਗਾਂ ਦਾ ਨਾਂ, ਕੋਈ ਬੱਚਿਆਂ ਦਾ ਨਾਂ ਤੁਹਾਨੂੰ ਪਤਾ? ਕੋਈ ਨਹੀਂ, ਕੋਈ ਪਤਾ ਨਹੀਂ। ਇੱਕ ਦੋ ਦੱਸਦੇ ਹਨ ਕਿ ਦੋ ਭਰਾ ਸਨ, ਦੋ ਵਿਆਹੇ ਹਨ, ਇੱਕ ਵਿਆਹ ਹੀ ਨਹੀਂ ਸੀ ਗਿਆ। ਅੱਛਾ। ਤੇ ਨਾਮ ਸਿੰਘ ਤੇ ਪਾਸੇ ਪੁੱਟਣ ਵਾਲਾ ਸੀ। ਪ੍ਰੋਜਲ ਗਿਆ, ਮਈਆਂ ਖੋਲ ਲਿਆ, ਪ੍ਰੋਜਲ ਗਿਆ ਮਤਲਬ ਕਿਸੇ ਦੀ ਪੱਗ ਲਾ ਲਿਆ। ਤਗੜਾ ਸੀ, ਡਰਦਾ ਨਹੀਂ ਸੀ। ਨਾਲੇ ਉਦੋਂ ਮਤਲਬ ਇਹ ਪਿੰਡ ਦਾ ਮਤਲਬ ਜਿਹੜੇ ਜੀ ਸਨ 5-7 ਇਹਨਾਂ ਦਾ ਬਚਕਾ ਸੀ। ਅੱਛਾ। ਆਹੋ, ਪਿੰਡ ਭਾਵੇਂ ਤੁਹਾਡਾ ਛੋਟਾ ਸੀ, ਭਾਵੇਂ ਪਿੰਡ ਛੋਟਾ ਸੀ, ਜੀ ਮੋਟੇ ਸਨ। ਅੱਛਾ, ਜੀ ਮੋਟੇ ਸਨ। ਅੱਛਾ, ਇਸ ਤੋਂ ਇਲਾਵਾ ਹੋਰ ਤੁਹਾਨੂੰ ਕੋਈ ਨਾਂ ਯਾਦ ਹੈ? ਅੱਛਾ, ਮੈਨੂੰ ਇੱਕ ਅੱਗੇ ਤੁਹਾਨੂੰ ਦੱਸਿਆ ਮੰਗਲ ਸਿੰਘ ਮਤਲਬ ਇੱਥੇ ਆਇਆ ਸਾਡੇ ਕੋਲ, ਫਿਰ 10 ਸਾਲੀ। ਅੱਛਾ, ਵਾਪਸ ਇੱਥੇ ਰਿਹਾ, ਉਹ 2-3 ਮਹੀਨੇ ਰਿਹਾ। ਮੰਗਲ ਸਿੰਘ ਦਾ ਘਰ ਕਿਹੜਾ ਸੀ? ਮੰਗਲ ਸਿੰਘ ਦਾ ਘਰ ਸੀ ਜਨਾਬ ਜਿੱਥੇ ਅਸਰਾ ਮਤਲਬ ਇਹਦਾ ਚੌਧਰੀ ਸਦੀਕ ਦਾ ਤੇ ਆ ਬੈਠਕ ਘੋੜੀਆਂ ਵਾਲਾ। ਆਹੋ, ਚੌਧਰੀ ਨਹੀਂ, ਆਹੋ ਹੁਣ ਉਹ ਹੀ ਨੇ ਉੱਥੇ। ਅੱਛਾ, ਉਹ ਘਰ ਮੰਗਲ ਸਿੰਘ ਕੋਲ ਸੀ? ਉਹ ਘਰ ਜਿਹੜਾ ਨਾ ਅਸਰੇ ਕੋਲ ਉਹਦਾ ਸੀ। ਇਹ ਉਹਦੇ ਨਾਲ ਬੱਟੂ ਦਾ ਘਰ ਸੀ। ਬਿਲਕੁਲ, ਬੱਟੂਆਂ ਦਾ ਘਰ ਸੀ। ਅੱਛਾ, ਦਲੀਪ ਸਿੰਘ ਵਲਦ ਹੀਰਾ ਸਿੰਘ ਦਾ ਤੁਹਾਨੂੰ ਪਤਾ? ਹੀਰਾ ਸਿੰਘ ਬੁੱਟਰ ਉਹ ਮਤਲਬ ਸਾਨੂੰ ਉਹਨਾਂ ਦੀ ਸ਼ਨਾਖਤ ਨਹੀਂ, ਅਸੀਂ ਮਤਲਬ ਸਿਰਫ ਇਹ ਕਿ ਬਾਅਦ ਸੁਣਿਆ ਤੇ ਆਇਆ ਨਾ ਸਾਂ। ਹਾਂ, ਸਿਰਫ ਸਲਾਹ ਸਾਨੂੰ ਮੰਗਲ ਸਿੰਘ ਦੀ ਹੈ। ਜਾਂ ਦੋ ਮੁੰਡੇ ਹਨ, ਮਲੂਕਾ ਤੇ ਸਲੂਕਾ ਉਹਦੇ। ਅੱਛਾ, ਮਲੂਕਾ ਤੇ ਸਲੂਕਾ ਇਹ ਉਹਨਾਂ ਦੇ ਨਿਕਨੇਮ ਸਨ, ਖਾਸ ਪੁੱਤਰ ਸਨ। ਠੀਕ ਹੈ। ਅੱਛਾ, ਤੁਸੀਂ ਜਿਹੜਾ ਦਲੀਪ ਸਿੰਘ ਵਲਦ ਹੀਰਾ ਸਿੰਘ ਦਾ ਘਰ ਕਿਹੜਾ ਸੀ ਇੱਥੇ ਆਪਣੇ ਪਿੰਡ? ਹੀਰਾ ਸਿੰਘ ਦਾ ਘਰ ਮਤਲਬ ਮਨਜ਼ੂਰ ਕੋਲ ਨਹੀਂ, ਤੈਨੂੰ ਦੱਸਿਆ ਅੱਗੇ। ਅੱਛਾ, ਉਹ ਬਾਈ ਮਨਜ਼ੂਰ ਵਾਲਾ ਘਰ? ਆਹੋ, ਉਹਦਾ ਸੀ। ਠੀਕ। ਅੱਛਾ, ਜਿੰਨੇ ਵੀ ਸਰਦਾਰ ਨੇ ਨਾ ਤੁਹਾਡੇ ਰੇਂਜ ਚ, ਸਾਰਿਆਂ ਦਾ ਨਾਂ ਲਵੋ ਤੇ ਇਹ ਵੀ ਦੱਸੋ ਉਹਦਾ ਘਰ ਇਸ ਟਾਈਮ ਕਿਹਦੇ ਕੋਲ ਹੈ? ਉਹਦਾ ਜਿਹੜਾ ਮਨਜ਼ੂਰ ਕੋਲ ਨਹੀਂ, ਇੱਕ ਪਾਸੇ ਸ਼ੁਰੂ ਹੋ ਜਾਓ, ਮਸਜਿਦ ਵਾਲੇ ਪਾਸੇ ਸ਼ੁਰੂ ਹੋ ਜਾਓ, ਉਹਨਾਂ ਨੂੰ ਲੱਗੇ ਆਉਣਾ। ਪਰ ਤੇ ਚੌਧਰੀ ਰਹਿਮਤ ਬੱਟੂ ਸਾਹਿਬ ਦਾ ਸੀ ਨਾ ਜਿਹੜਾ। ਬਿਲਕੁਲ, ਰਹਿਮਤ ਬੱਟੂ ਸਾਹਿਬ ਜਿਹੜਾ ਇਹਨਾਂ ਨੇ ਕੋਲ ਰਿਹਾ, ਉਹਦਾ ਮੰਗਲ ਸਿੰਘ ਦਾ ਸੀ। ਠੀਕ ਹੈ। ਉਹਦੇ ਨਾਲ ਫਿਰ ਇੱਕ ਮਤਲਬ ਹੀਰਾ ਸਿੰਘ ਦਾ ਕੀ ਆਉਂਦੇ ਉਹਨਾਂ ਦਾ ਸੀ। ਉਦੋਂ ਫਿਰ ਅੱਗੇ ਹਰਨਾਮ ਸਿੰਘ ਦਾ ਸੀ। ਹਰਨਾਮ ਸਿੰਘ ਦਾ ਘਰ ਕਿਹਦੇ ਕੋਲੇ ਹੁਣ ਘਰ ਮਤਲਬ ਉਹ ਚੌਧਰੀ ਸਤਾਰ ਕੋਲ। ਅੱਛਾ, ਇੱਕ ਗੱਲ ਦੱਸੋ, ਮੈਂ ਜਦੋਂ ਹੋਸ਼ ਸੰਭਾਲੀਏ ਉਦੋਂ ਅਸੀਂ ਪਿੰਡ ਦੇ ਵਿੱਚ ਰਹਿੰਦੇ ਹਾਂ, ਉਹ ਪੁਰਾਣੀਆਂ ਲੱਕੜੀਆਂ ਦਾ ਪੁਰਾਣਾ ਜਿਹਾ ਘਰ ਜਿਹੜਾ ਉਹ ਫਿਰ ਅਸੀਂ ਉਹ ਦੇ ਕੇ 2-3 ਧਿਰਾਂ ਰਹਿੰਦੇ ਹਾਂ। ਉਹ ਘਰ ਕਿਹਨਾਂ ਦਾ ਸੀ? ਉਹ ਘਰ ਜਨਾਬ ਮਤਲਬ ਮੰਗਲ ਸਿੰਘ ਦੇ ਕਬਜ਼ੇ ਵਿੱਚ ਸੀ, ਖਾਲੀ ਸੀ। ਅੱਛਾ, ਹੈ ਮੰਗਲ ਸਿੰਘ ਦੇ ਕਬਜ਼ੇ ਵਿੱਚ ਤੇ ਖਾਲੀ ਸੀ ਨਾਲ ਮਤਲਬ ਅਸਰਾ ਨਹੀਂ ਉੱਥੇ ਰਹਿਸ਼ ਸੀ ਨਾ, ਤੇ ਉਹ ਘਰ ਖਾਲੀ ਸੀ। ਜਦੋਂ ਅਸੀਂ ਆਏ ਹਾਂ ਉੱਥੋਂ ਮਾਈਗ੍ਰੇਟ ਕਰਕੇ ਤੇ ਅਸੀਂ ਉੱਥੇ ਠਹਿਰੇ ਹਾਂ। ਆਹੋ, ਉੱਥੇ ਰਹਿੰਦੇ ਰਹੇ। ਹੁਣ ਵੇਲਾ ਨਹੀਂ ਬੈਠਕਾਂ ਕਿੱਡੀਆਂ ਸੋਹਣੀਆਂ, ਕਿਲੇ ਕਣਕ ਸੋਚ ਛੱਡ ਕਿਲੇ ਮੁੰਜੀ ਸੋਚ ਛੱਡ। ਮੈਂ ਨਾ ਬੜਾ ਖੁੱਲਾ ਡੁੱਲਾ ਸੋਹਣਾ ਘਰ ਸੀ, ਚਲੋ ਡਿੱਗ ਗਿਆ ਵਕਤ ਦੇ ਨਾਲ, ਨਵਾਂ ਬਣ ਗਿਆ। ਤੇ ਉਹਦੇ ਨਾਲ ਹੀ ਫਿਰ ਅੱਗੇ ਬੈਠਕ ਉਹਦੀ ਮਤਲਬ ਬਾਹਰ ਆ ਗਈ ਹੈ ਮੰਗਲ ਸਿੰਘ ਦੀ, ਵੱਡੀ ਸਾਰੀ, ਜਿੱਥੇ ਹੁਣ ਰਾਣਾ ਰਸਲੀਨ ਹੈ। ਉਹ ਸਾਰੀ ਹਵੇਲੀ ਸ਼ੈਲੀ ਉਹਦੀ ਹੋਈ ਹੈ, ਮੰਗਲ ਸਿੰਘ ਦੀ ਹੈ। ਠੀਕ। ਅੱਛਾ, ਮੰਗਲ ਸਿੰਘ ਦਾ ਮਤਲਬ ਜਿਹੜਾ ਇੱਕ ਭਰਾ ਦੱਸਦੇ ਨੇ ਮੁਸਲਮਾਨ ਹੋ ਗਿਆ ਇੱਥੇ, ਉਹਦੀਆਂ 2 ਧੀਆਂ ਵੀ ਨੇ ਇੱਥੇ। ਅੱਛਾ, ਇੱਕ ਤਾਂ ਸਰਦਾਰ ਮਲੇਛੇ ਦੀ ਮਾਂ, ਇਹ ਵੀ ਬੁੱਟਰ ਨੇ ਸਰਦਾਰ ਹੈ। ਠੀਕ। ਇੱਕ ਅਸਲਮ ਸੀ ਬੁੱਟਰ ਤਲਵੰਡੀ ਦਾ,
ਇੱਕ ਉਹਦੀ ਮਾਂ ਹੈ। ਅੱਛਾ ਹਾਂ ਠੀਕ 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 ਉਹ ਭੈਣਾਂ ਇੱਥੇ ਜਾਈਆਂ ਗਈਆਂ ਨੇ ਮੁਸਲਮਾਨਾਂ ਦੀ। ਠੀਕ ਠੀਕ ਅੱਛਾ ਤੁਸੀਂ ਕਹਿੰਦੇ ਮੰਗਲ ਸਿੰਘ ਆਇਆ ਵੇ ਤੁਹਾਡੇ ਕੋਲ 2 ਮਹੀਨੇ ਰਹਿ ਗਿਆ। ਇਹ ਤਾਂ 2 ਮਹੀਨੇ ਰਿਹਾ ਸਾਡੇ ਕੋਲ। ਚਿਹਰਾ ਚੂਰਾ ਕਿਵੇਂ ਦਾ ਸੀ ਉਹਦਾ, ਕਿਸ ਤਰ੍ਹਾਂ ਕੀ ਦਾ? ਪਹਿਲਵਾਨ ਬੰਦਾ ਸੀ, ਕੋਈ ਛੋਟਾ ਸੀ, ਤੇਰੇ ਜਿੰਨਾ ਜਵਾਨ ਸੀ ਉਹ। ਅੱਛਾ ਜਨਾਬ ਏਦਾਂ ਚੌੜਾ ਤੋਂ ਉਹਦਾ ਮੂੰਹ ਸੀ। ਬੱਲੇ ਬੱਲੇ ਬੱਲੇ। ਮੰਗਲ ਸਿੰਘ ਪੂਰਾ ਜਵਾਨ ਸੀ, ਪੂਰਾ ਭਾਈਆ ਸੀ। ਪੂਰਾ ਪਾਈਆ ਸੀ। ਅੱਛਾ ਇਸ ਤੋਂ ਇਲਾਵਾ ਜਿਹੜੇ ਤੁਹਾਨੂੰ ਕੋਈ ਨਾਂ ਯਾਦ ਹਨ ਸਰਦਾਰਾਂ ਦੇ ਜਿਹੜੇ ਇੱਥੇ ਰਹਿੰਦੇ ਨੇ, ਇਹਨਾਂ ਨਾਵਾਂ ਤੋਂ ਇਲਾਵਾ? ਨਹੀਂ ਉਹ ਨਹੀਂ ਨਾ ਇਹ ਯਾਦ ਨੇ? ਯਾਦ ਇਹਨੇ ਮਤਲਬ ਕਿ ਅਸੀਂ ਬਚਪਨ ਨਾਲ ਦੱਸਣਾ ਅਸੀਂ ਪਦਾਇਸ਼ ਆ, ਮਤਲਬ ਜਾਂ ਸਾਲ ਟੁਰ ਗਿਆ ਤੋਂ ਜਾਂ ਉਸੇ ਬਾਕੀ ਸੁਣੀ ਸੀ ਗੱਲਾਂ ਜਿਵੇਂ ਅਸੀਂ ਸੁਣਦੇ ਰਹੇ ਹਾਂ। ਆਹੋ ਅੱਛਾ ਜਿਹੜਾ ਬਾਈ ਨਾਸਰ ਦਾ ਘਰ ਸੀ, ਆਹੋ ਇਹ ਕਿਹਦਾ ਹੁੰਦਾ ਸੀ? ਇਹ ਤੇ ਮਤਲਬ ਈਸਰ ਸਿੰਘ ਦਾ। ਈਸਰ ਸਿੰਘ ਦਾ। ਇੱਕ ਹੋਰ ਘਰ ਬੜਾ ਮੈਨੂੰ ਪੁਰਾਣਾ ਬੜਾ ਸੋਹਣਾ ਲੱਗਦਾ ਸੀ, ਉਹ ਮੈਂ ਆਪਣੀ ਹੋਸ਼ ਵਿੱਚ ਉਹਦੇ ਬਾਹਰ ਹਿੰਦੀ ਛਿੰਦੀ ਵੀ ਲਿਖੀ ਵੇਖੀ ਏ। ਉੱਥੇ ਫਰੂਕ ਲੰਬਰਦਾਰ ਨਹੀਂ। ਹਾਂ ਉਹ ਕਿਹਦਾ ਘਰ ਸੀ? ਉਹ ਘਰ ਮਤਲਬ ਸੀ ਇਹਦਾ, ਵੇਖੋ ਜੀ ਮੈਂ ਨਾਂ ਭੁੱਲ ਗਿਆ ਉਹਦਾ ਇੱਕੋ ਹੀ ਮੁੰਡਾ ਸੀ। ਅੱਛਾ ਜਿਹੜੇ ਚ ਘਰ ਫਰੂਕ ਰਹਿੰਦਾ ਨਾ, ਉਹਦਾ ਇੱਕੋ ਹੀ ਮੁੰਡਾ ਸੀ। ਤੇ ਉਹ ਆਪਣਾ ਜਨਾਬ ਇਹ ਕੰਮ ਕੀਤਾ ਨਾ, ਉਹ ਫਿਰ ਪੌੜੀਆਂ ਬੰਨੇ ਬਹਿਣ ਵਾਸਤੇ ਬਣੀਆਂ ਸਨ, ਕੁਰਸੀਆਂ ਬਣੀਆਂ। ਬੜਾ ਦਾ ਬਤਾਓ, ਆਲੇ ਦੁਆਲੇ ਕੁਰਸੀਆਂ ਬਣੀਆਂ। ਬਿਲਕੁਲ ਬਿਲਕੁਲ। ਇੱਕ ਬੰਦੇ ਨੇ ਇੱਥੇ ਜ਼ੁਲਮ ਕੀਤਾ, ਇਹਨੇ ਮਤਲਬ ਚਿਰਾਗ ਸਰਖਾਨ ਹੁੰਦਾ ਸਾਡੇ ਪਿੰਡ ਹੁੰਦਾ ਸੀ। ਹਾਂ ਹੁੰਦਾ ਸੀ। ਉਹ ਪੈਸੇ ਇੱਥੋਂ ਲੈ ਕੇ ਤੇ ਚਿਰਾਗ ਸਰਕਾਰ ਕੋ ਕਮਾਦੇ ਧਰੇ ਪਏ, ਦੋ ਦੀ ਕਰ ਲਾਂਗੇ ਤੇ ਮੈਨੂੰ ਦੱਸੀ ਨਾ ਮੈਂ ਵੜ ਲੱਗਾ। ਇਹਨੇ ਪ੍ਰੋਜੀਅਮ ਦੱਸਿਆ, ਉਹਨੂੰ ਫਿਰ ਮਾਰ ਛੜਿਆ ਇਹਨਾਂ। ਉਹ ਪੈਸੇ ਚਿਰਾਗ ਸਰਕਾਰ ਨੇ ਖਾਦੇ ਨੇ। ਚਿਰਾਗ ਸਰਕਾਰ ਦੀ ਨਾ ਔਲਾਦ ਹੋਈ ਆ, ਨਾ ਮਤਲਬ ਮੁੰਡੇ ਦੀ ਹੋਈ ਆ, ਤੇ ਪਿਓ ਪੁੱਤਰ ਹੀ ਮਰ ਗਏ ਨੇ। ਅੱਲਾ, ਇਹ ਕਿਹਨੂੰ ਮਾਰਿਆ ਇਹਨਾਂ ਨੇ? ਸਿੱਖ ਸੀ ਉਹ ਵੀ, ਇਹਨਾਂ ਮੁੰਡਾ ਭਰਾ ਸੀ। ਅੱਛਾ ਇਹਨਾਂ ਮੁੰਡਾ ਭਰਾ ਸੀ, 3 ਭਰਾ ਸਣੇ ਨਾ ਮੂਹਰੇ। ਅੱਛਾ ਜਿਹੜਾ ਚਾਚੇ ਸਰਬਲੰਦ ਵਾਲਾ ਘਰ ਸੀ, ਚੁਬਾਰਾ ਸੀ, ਪਿੰਡ 'ਚ ਇੱਕੋ ਚੁਬਾਰਾ ਸੀ ਕਿ ਹੋਰ ਵੀ ਸੀ ਕੋਈ ਚੁਬਾਰੇ ਵਾਲਾ ਘਰ? ਸਰਬਲੰਦ ਦਾ ਹਾਂ ਉਹ ਘਰ ਜਿਹੜਾ ਸੀ ਉਹ ਕੀ ਈਸਰ ਸਿੰਘ ਜਾਂ ਕਿਉਂ ਨੇ, ਉਹ ਜਿਹੜਾ ਸੀ ਨਾ ਫਰੂਕ ਵਾਲਾ ਘਰ, ਉਹ ਵੀ ਉਹਦਾ ਹੀ ਸੀ। ਅੱਛਾ ਅੱਛਾ ਉਹ ਫਰੂਕ ਸਾਹਿਬ ਵਾਲਾ ਘਰ ਤੇ ਚਾਚੇ ਸਰਬਲੰਦ ਵਾਲਾ ਘਰ ਦੋਵਾਂ ਦਾ ਇੱਕੋ ਹੀ ਸੀ। ਦੋਵਾਂ ਦਾ ਇੱਕੋ ਘਰ, ਮੁੰਡਾ ਇੱਕੋ ਹੀ ਸੀ ਉਹਦਾ। ਉਹ ਘਰ ਬੜਾ ਖੂਬਸੂਰਤ ਸੀ। ਬੜਾ ਘਰ ਫਰੂਕ ਕੋਲ ਸੀ ਉਹ। ਹਾਂ ਬੜਾ ਹੈ ਛੋਟਾ ਸੀ ਲੇਕਿਨ ਘਰ ਖੂਬਸੂਰਤ ਸੀ। ਆਹੋ ਘਰ ਉਹਦੇ ਕੋਲ ਵਧੀਆ ਜਿਹਾ ਬਣਾਇਆ ਹੋਇਆ ਸੀ ਕਿਸੇ ਨੇ। ਉਹ ਮਤਲਬ ਮਗਰ ਸਰਬਲੰਦ ਵਾਲਾ ਕਬਜ਼ਾ ਕੀਤਾ ਨਾ ਵਿੱਚ। ਸਾਰੀ ਗੱਲ ਜਦੋਂ ਉੱਥੇ ਮਾਈਗ੍ਰੇਟ ਹੋ ਗਿਆ ਫਿਰ ਜੋ ਲੱਭਾ ਉਹ ਤਾਂ ਲੈਣਾ ਹੀ ਸੀ ਨਾ। ਲੈਣੇ ਸੀ ਨਾ। ਲੁੱਟਮਾਰ ਵੀ ਹੋਈ ਇੱਥੇ, ਰੋਜ਼ ਵਾਲੇ ਖੁਰਲੀਆਂ ਲੈ ਗਏ, ਧੱਗੇ ਲੈ ਗਏ, ਮਤਲਬ ਭਾਂਡੇ ਲੈ ਗਏ, ਮੰਜੀਆਂ ਲੈ ਗਏ, ਜੋ ਰੋਜ਼ ਵਾਲੇ ਲੁੱਟ ਮਾਰ ਕੇ ਕੋਈ ਕੁਛ ਛੱਡੀ ਨਹੀਂ ਸੀ। ਟੋਕੇ ਲੈ ਗਏ। ਚੰਗੇ ਤੋਂ ਚੰਗਾ ਢੱਗਾ ਸੀ ਮੰਗਲ ਸਿੰਘ ਦਾ, ਜਿਹੜਾ ਪਰੋਈਆਂ ਨੂੰ ਤੁਰ ਗਿਆ ਸੀ। ਯਾਨੀ ਕਿ ਮਤਲਬ ਕਿ ਜਦੋਂ ਵੰਡ ਜੂ ਪਈ ਦੇ ਹੱਥ ਜੋ ਲੱਗਾ ਯਾਰ, ਹੱਥ ਲੈ ਗਿਆ ਵੀ ਇਹਨਾਂ ਨੂੰ ਮਾਰਨ ਲੱਗ ਪਏ ਸਿੱਖਾਂ ਨੂੰ। ਵਿੱਚੋਂ ਜੋ 2-3 ਮਾਰੇ ਨੇ ਤੇ ਫਿਰ ਉਹ ਨੱਸ ਗਏ ਨੇ। ਬੀਬੀਆਂ ਵੀ ਨੱਸ ਗਈਆਂ, ਜਿਹੜੀਆਂ ਕੋਈ ਬਚੀਆਂ ਨੇ, ਕੋਈ ਮਾਰੀਆਂ ਵੀ ਹੋਣੀਆਂ ਨੇ, ਤੇ ਉਹ ਆਪਣਾ ਜਾਨਾਂ ਬਚਾ ਕੇ ਨੱਸ ਗਿਆ। ਉਹਨਾਂ ਕੋਈ ਛਾ ਚੁੱਕੀ ਨਹੀਂ ਵਿਚਾਰਿਆਂ ਨੇ। ਮੰਗਲ ਸਿੰਘ ਵੀ ਖਾਲੀ ਹੱਥੀ ਗਿਆ ਸੀ ਤੇ ਐਡਾ ਸਾਰੇ ਪਿੰਡ ਦਾ ਮਾਲਕ ਸੀ ਉਹ। ਅੱਛਾ ਮੰਗਲ ਸਿੰਘ ਜਦੋਂ ਦੁਬਾਰਾ ਆਇਆ ਇੱਥੇ, ਆਹੋ, ਤੇ ਉਹ ਫਿਰ ਇੱਥੇ 2 ਮਹੀਨੇ ਰਿਹਾ। 2 ਮਹੀਨੇ ਡਟ ਕੇ ਕਿਹਦੇ ਕੋਲੇ ਗਿਆ? ਵੱਟੂ ਕੋਲ ਮਤਲਬ ਬਰਾਦਰੀ ਉਹਦੀ। ਹਾਂ ਵੱਟੂ, ਮੈਂ ਚਾਚਾ ਵੱਟੂ ਵੇਖਿਆ ਨੇ। ਮੁੱਛਾਂ ਪੱਗੜ ਛਕੜ, ਘੋੜੀਆਂ ਦਾ ਬੜਾ ਸ਼ੌਕ ਸੀ ਉਹਨੂੰ, ਘੋੜੀਆਂ ਦਾ, ਢੱਗਿਆਂ ਦਾ। ਵੱਡਾ ਚੌਰ ਹੀ ਸੀ ਤੇ ਹਾਂ ਉਹ ਜਿਹੜਾ ਪਿੱਛੇ ਡੇਰਾ ਈਦਗਾਹ ਦੇ ਨਾਲ, ਉਹ ਸਾਰਾ ਮਤਲਬ ਉਹ ਵੀ ਵੱਟੂ ਦਾ। ਉਧਰੋਂ ਮਤਲਬ ਢਾਬ ਵੱਟੂ ਦੀ, ਉਧਰੋਂ ਥਰਖਾਣਾ ਪੈਲੀ ਨਹੀਂ ਵੇਚੀ, ਉਹ ਵੀ ਵੱਟੂ ਦੀ। ਵੱਟੂ ਬੜਾ ਮਾਲਕ ਸੀ। ਬਿਲਕੁਲ ਉਹ ਫਰੋਦ ਵਟਵਾ ਚਲੇ ਗਏ। ਆਹੋ ਬਿਲਕੁਲ ਬਿਲਕੁਲ। ਬਾਕੀ ਤਗੜੇ ਜ਼ਿਮੀਦਾਰ ਸਨ, ਜ਼ਿਮੀਦਾਰ ਤਗੜੇ ਸਨ, ਪੂਰਾ ਤਗੜਾ। ਮੈਨੂੰ ਯਾਦ ਹੈ ਅੱਲਾ ਜੰਦਰ ਨਸੀਬ ਕਰੇ ਚਾਚੇ ਵੱਟੂ ਨੂੰ, ਮੈਂ ਉਹਨਾਂ ਦਾ ਚਿਹਰਾ ਮੇਰੇ ਦੇਨ ਚ ਹੈ। ਨਹੀਂ ਉਹ ਸਹੀ ਸੀ, ਚੰਗਾ ਸੋਹਣਾ ਜਵਾਨ, ਪੱਗੜ ਛੱਗੜ ਤੇ ਦਾੜੀ ਚਿੱਟੀ ਸੀ ਉਦੋਂ ਮੈਂ ਵੇਖੀ। ਟੋਰ ਬੜੀ ਸੋਹਣੀ ਸੀ ਉਹਦੀ। ਉਹ ਘੋੜੀਆਂ ਦਾ ਬੜਾ ਸ਼ੌਕ ਸੀ। ਘੋੜੀ ਮਗਰ ਆਪੇ ਹੀ ਆ ਰਹੀਆਂ ਨੇ, ਅੱਗੇ ਜਾ ਰਿਹਾ। ਹਾਂਜੀ ਘੋੜੀਆਂ ਦਾ ਬੜਾ ਸ਼ੌਕ ਸੀ ਉਹਨੂੰ। ਅੱਛਾ ਇਸ ਤੋਂ ਇਲਾਵਾ ਕੋਈ ਐਸੀ ਚੀਜ਼, ਕੋਈ ਐਸੀ ਯਾਦ ਜਿਹੜੀ ਤੁਹਾਡੇ ਦੇਨ ਚ ਹੋਏ? ਨਹੀਂ ਉਹ ਵਜ੍ਹਾ ਪਤਾ ਕੀ ਹੈ ਕਿ ਇੱਕ ਬਚਪਨ ਦੇ ਵਿੱਚ ਕਿਸੇ ਨੂੰ ਦੱਸੀ ਵੀ ਹੋਵੇ ਤਾਂ ਵੀ ਯਾਦ ਨਹੀਂ ਰਹਿੰਦੀ। ਹਾਂ ਗੱਲ ਤਾਂ ਠੀਕ। ਹਾਂ ਚਲੋ ਤੁਹਾਨੂੰ ਆਖਰੀ ਗੱਲ ਤੁਸੀਂ ਇਹ ਦੱਸੋ, ਜਦੋਂ ਮੰਗਲ ਸਿੰਘ ਸਾਹਿਬ ਇੱਥੇ ਆਏ ਨੇ, ਆਹੋ, ਸਾਰੀ ਗੱਲ ਜਦੋਂ ਉਜਾੜ ਪਿਆ ਉਦੋਂ ਤੇ ਫਿਰ ਉਹ ਮਾਮਲਾ ਅੱਲਾ ਮਾਫ ਕਰੇ ਵੀ ਇੰਜ ਸੀ, ਇੱਧਰ ਵੀ ਇੰਜ ਸੀ। 10 ਸਾਲਾਂ ਪਿੱਛੋਂ ਆਇਆ ਉਹ। 10 ਸਾਲਾਂ ਬਾਅਦੋਂ ਆਇਆ ਤਾਂ ਉਹ ਕੀ ਉਹਦੇ ਤਾਸਰਾਤ ਸਨ, ਕੀ ਕਹਿੰਦਾ ਸੀ ਉਹ? ਕਿਹਾ ਉਹਨਾਂ ਲੋਕਾਂ ਨੂੰ ਮਿਲਿਆ ਜਿਨ੍ਹਾਂ ਮਾਰਿਆ ਕੁੱਟਿਆ, ਸਮਾਨ ਲੁੱਟਿਆ, ਜੋ ਵੀ ਹੈ? ਕੋਈ ਵੱਟੂ ਦੇ ਘਰੋਂ ਮਤਲਬ ਜਾਂ ਖੂਹ ਤੇ ਜਾਂ ਘਰ ਗਿਆ, ਕਿਸੇ ਨੂੰ ਨਹੀਂ ਮਿਲਿਆ। ਅੱਛਾ ਨਾ ਕਿਸੇ ਨੂੰ ਨਹੀਂ ਮਿਲਿਆ, ਕਿਸੇ ਦੇ ਉਹਨੇ ਮੱਥਾ ਚਿਹਰਾ ਨਹੀਂ ਪਾਇਆ, ਕਿਉਂ ਜਿੰਨੇ ਰਾਜਪੂਤ ਸਨ ਉਹਦੇ ਵਾਕਫ ਹੀ ਨਹੀਂ ਸਨ।
ਹਾਂ ਵਾਕਫ ਨਹੀਂ ਸਨ ਹੂੰ। ਇਹ ਤੇ ਜਿਹੜਾ ਬੰਦੇ ਇੱਥੇ ਮੌਜੂਦ ਹਨ ਮਾਰਿਆ ਤੇ ਫਰੋਜ ਵਾਲੇ ਆਇਆਂ ਨੇ, ਅੱਛਾ ਫਰੋਜੀ ਸਾਰੇ ਉਹ ਜਿੰਨੇ ਸਾਰੀ ਗੱਲ ਹੈ ਸਾਡਾ ਤੇ ਜਿੰਨਾ ਵੀ ਪਿੰਡ ਏ ਆਹ ਸਾਡੇ ਤਕਰੀਬਨ ਇੱਕ ਤੁਹਾਡਾ ਘਰ ਏ ਆਹੋ ਜਾਂ ਕਿ ਚਾਚੇ ਵੱਟੂ ਦਾ ਘਰ ਸੀ ਆਹ ਵਾਹ ਜਾਂ ਇੱਕ ਦੋ ਘਰ ਹੋਰ ਬਾਬੇ ਮਾਈਗ੍ਰੇਟ ਕਰ ਗਏ ਨੇ ਰਮਜ਼ਾਨ ਦਾ ਬਾਬੇ ਜਾਨੇ ਦਾ ਆ ਉਹ ਚਲੇ ਗਏ ਨੇ ਉਹ ਟੁਰ ਗਏ ਨੇ ਆ ਤੇ ਕੁਝ ਇੱਥੇ ਕੋਈ ਫੌਤ ਹੋ ਗਏ ਨੇ ਹਾਂ। ਬਾਕੀ ਤੇ ਸਾਡਾ ਸਾਰਾ ਪਿੰਡ ਜਿਹੜਾ ਮਾਈਗ੍ਰੇਟ ਹੈ ਆਹ ਕੋਈ ਸਾਰਾ ਕਿਤੋਂ ਉੱਠ ਕੇ ਆਇਆ ਕੋਈ ਕਿਧਰੋਂ ਉੱਠ ਕੇ ਆਇਆ ਆਹੋ। ਕਿਧਰੋਂ ਉੱਠ ਕੇ ਆਇਆ ਅੱਛਾ ਮੈਨੂੰ ਇੱਕ ਛੋਟੀ ਜੀ ਗੱਲ ਦੱਸੋ ਹੂੰ ਯਾਨੀ ਕਿ ਸਾਡਾ ਪਾਂਡੋਪੁਰ ਬੁੱਟਰਾਂ ਦਾ ਸੀ ਮੋਟਰਾਂ ਦਾ ਜਿਹੜਾ ਸਰਖਣਾਬਾਦ ਪਿੰਡ ਹੈ ਉੱਥੇ ਮਹਾਜਰ ਬੈਠੇ ਉਹ ਮਹਾਜਨ ਜਿਹੜਾ ਸੁਰੱਖਣ ਸਿੰਘ ਦਾ ਸੀ ਉਹ ਸਰਖਣ ਸਿੰਘ ਦਾ ਸੀ ਆਹੋ ਅੱਛਾ ਅੱਗੇ ਚੱਕ ਜੋ ਆ ਜਾਂਦਾ ਹੈ। ਅੱਗੇ ਚੱਕ ਜੋ ਜਿੰਨੇ ਸਨ ਹਿੰਦੂ ਸਨ ਇਹ ਸਾਰਾ ਹਿੰਦੂਆਂ ਦਾ ਸੀ ਹਿੰਦੂਆਂ ਦਾ ਸੀ ਠੀਕ ਹੈ ਚਲੋ ਇਹ ਸਾਡੇ ਨਾਲ ਨਾਲ ਦੇ ਪਿੰਡ ਹੋ ਗਏ ਹਾਂ ਹੁਣ ਜਿਹੜਾ ਫਰੋਦ ਵਾਲਾ ਪਿੰਡ ਹੈ ਹਾਂ ਉਹ ਸਾਰੇ ਬੁੱਟਰ ਨੇ ਆਹ ਬੁੱਟਰ ਨੇ ਜਿਹੜੇ ਇੱਥੇ ਸਿੱਖ ਸਨ ਉਹ ਵੀ ਬੁੱਟਰ ਸਨ ਉਹ ਵੀ ਬੁੱਟਰ ਬਰਾਦਰੀ ਇੱਕ ਸੀ ਆਹ ਜਦੋਂ ਇਹ ਵਕਤ ਆਇਆ ਕਿਆ ਉਹਨਾਂ ਬੁੱਟਰਾਂ ਨੇ ਇਹਨਾਂ ਬੁੱਟਰਾਂ ਨੂੰ ਲੁੱਟ ਖੋਹ ਦੀ ਕੋਸ਼ਿਸ਼ ਕੀਤੀ ਹੈ ਲੁੱਟਣ ਦੀ ਮਾਰਨ ਦੀ ਲੁੱਟਣ ਦੀ ਨਹੀਂ ਮਾਰਨ ਦੀ ਤਫਤ ਵੀ ਕੀਤਾ ਨਹੀਂ ਮਾਰਨ ਦੀ ਲੁੱਟਣਾ ਤਾਂ ਹੀ ਆ, ਵਿੱਚੋਂ ਜਦੋਂ ਦੋ ਚਾਰ ਮਾਰ ਲਾ ਤੇ ਫਿਰ ਲੁੱਟਣਾ ਸ਼ੁਰੂ ਕਰ ਦਿੱਤਾ ਯਾਨੀ ਕਿ ਦੋ ਤਰੇ ਬੰਦੇ ਮਰੇ ਨੇ ਬਾਕੀ ਫਿਰ ਚਲੇ ਗਏ ਦੂਜੇ ਸਾਰੇ ਕੋ ਟੁਰ ਗਏ ਨੇ, ਸਾਰੇ ਚਲੇ ਗਏ ਚਲੇ ਗਏ ਨੇ। ਯਾਨੀ ਕਿ ਇਹਦਾ ਮਤਲਬ ਇਹ ਕੋਈ ਚੰਗੀ ਯਾਦ ਨਹੀਂ ਹੈ ਨਾ ਠੀਕ ਅੱਛਾ ਇਹ ਸਾਡੇ ਜਿਹੜਾ ਪਾਂਡੋਪੁਰ ਹੈ ਇਹਦੇ ਤੇ ਹਮਲਾ ਕਰਨ ਵਾਲੇ ਫਰੋਦ ਵਾਲੇ ਸਾਈਡ ਦੇ ਲੋਕ ਨੇ ਹੋਰ ਸਾਈਡ ਤੋਂ ਫਰੋਜ ਸਿਰਫ ਫਰੋਜ ਵਾਲਾ ਜ਼ਿਆਦਾ ਫਰੋਦ ਵਾਲੇ ਫਰੋਜ ਵਾਲਾ ਮਤਲਬ ਕਿ ਬੁੱਟਰਾਂ ਨੇ ਬੁੱਟਰਾਂ ਨੂੰ ਫੜਿਆ ਆਹ ਬੁੱਟਰ ਹਾਂ ਠੀਕ ਹੈ ਚਲੋ ਬਾਹਰ ਜੋ ਵੀ ਹੋਇਆ ਚੰਗਾ ਨਹੀਂ ਹੋਇਆ ਹਾਂ ਦਿਲ ਖਰਾਸ਼ ਯਾਦਾਂ ਨੇ ਭਾਵੇਂ ਬਾਰਡਰ ਉਸ ਪਾਰ ਤੇ ਭਾਵੇਂ ਇਸ ਪਾਰ ਹਾਂ ਚੰਗੀਆਂ ਯਾਦਾਂ ਵੀ ਹਨ ਤੇ ਜ਼ਿਆਦਾਤਰ ਤੇ ਖੂਨ ਸ਼ਾਮ ਹੀ ਯਾਦਾਂ ਨੇ ਅੱਛਾ ਚਾਚਾ ਜੀ ਜੇ ਕੋਈ ਬੁੱਟਰ ਜਾਂ ਪਾਂਡੋਪੁਰ ਦਾ ਰਹਿਣ ਵਾਲੇ ਜਿੰਨੇ ਵੀ ਬੁੱਟਰ ਨੇ ਤੇ ਸਰਦਾਰ ਬੁੱਟਰ ਨੇ ਆਹ ਕੋਈ ਆਖੇ ਮੈਂ ਆਪਣਾ ਪਿੰਡ ਵੇਖਣਾ ਪਾਂਡੋਪੁਰ ਵੇਖਣਾ ਹੈ, ਤੁਹਾਡਾ ਕੀ ਪੈਗਾਮ ਉਹਨਾਂ ਯਾਰ ਪਿੰਡ ਵੇਖਣਾ ਉਹਨਾਂ ਨੇ ਉਹਨਾਂ ਦੀ ਖਿਦਮਤ ਕਰਨ ਦੇ ਬੰਦੇ ਹਰ ਬੰਦਾ ਉਹਨਾਂ ਦੀ ਖਿਦਮਤ ਕਰੇਗਾ ਉਹਨਾਂ ਨੂੰ ਭਾਏਗਾ ਉਹਨਾਂ ਦੀ ਮਤਲਬ देखभाल भी रखेगा। ये जी सुन लिया आपने इनकी सारी बातें कि यहाँ का जो हमारा गांव था यहाँ बुटर बरादरी थी, सारे सरदार थे, सिख थे, 2-3 घर थे यहाँ पे। एक हमारा हम उनको जानते हैं बट्टू साहब, वो बड़े अच्छे और नफीस इंसान थे, बड़े प्यारे खूबसूरत इंसान थे। मैंने उनको देखा हुआ है, वो यहाँ से माइग्रेट करके फोर्थ बटवा, तो इनका एक घर है, एक घर चाचे रमज़ान का है। तो लेकिन जो सबसे ज़्यादा उम्र के बंदे हैं वो बूटा साहब हैं। इन्होंने बताया है कि जो भी सूरत हाल है आपकी समझ में आ गई होगी कि यहाँ कुछ अच्छी यादें तो नहीं है, लेकिन फिर भी अगर कोई बूटर पांडोपुर में आना चाहे तो वो कह रहे हैं जी हम इंशाल्लाह मेहमान नवाजी करेंगे। मेरा ये अपना गाँव है, मैं यहाँ पैदा हुआ, इन्हीं गलियों में खेला हूँ, मेरे लिए ये दुनिया से सबसे खूबसूरत और प्यारा गाँव है मेरे लिए। तो अगर कोई बूटर आना चाहे, नीचे मेरा नंबर लिखा हुआ है, हम अपनी इस्तात से भी बढ़कर उसकी खिदमत करेंगे, ताबेदारी करेंगे, मेहमान नवाजी करेंगे, उसको गाँव दिखाएंगे। वो यहाँ जितनी देर रहना चाहे वो आके रह सकता है। अगर उसे कुछ स्पॉन्सर का इशू हो तो वो भी हम करने के लिए तैयार हैं। शाद रहें, आबाद रहें, कोशिश करें कि लोगों के लिए आसानियाँ पैदा करें। बहुत शुक्रिया जी, अस्सलाम वालेकुम।